ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਣੇ ਜ਼ਮਾਨੇ ਦੀ ਗੱਲ ਹੈ। ਇੱਕ ਬੜਾ ਤੇਜਸਵੀ ਰਾਜਾ ਸੀ। ਆਏ ਦਿਨ ਕਿਸੇ ਨਾ ਕਿਸੇ ਨਵੇਂ ਨਗਰ ਨੂੰ ਜਿੱਤ ਲਿਆ ਕਰਦਾ। ਉੱਥੋਂ ਦੇ ਲੋਕ ਵੀ ਖੁਸ਼ਹਾਲ ਸਨ। ਹਰੇਕ ਨੇੜਲਾ ਨਗਰ ਚਾਹੁੰਦਾ ਸੀ ਕਿ ਸਾਨੂੰ ਵੀ ਰਾਜਾ ਜਿੱਤ ਕੇ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਵੇ। ਕਹਿੰਦੇ ਨੇ ਕਿ ਉਹਦੇ ਜਿਹੜੇ ਫੈਸਲੇ ਲੈਣ ਦੀ ਸ਼ਕਤੀ ਸੀ ਉਹ ਬੜੀ ਜ਼ਬਰਦਸਤ ਸੀ। ਬੜਾ ਨਿਆਂ ਪਸੰਦ ਸੀ, ਨਿਆਂ ਕਰਦਾ ਸੀ ਜੋ ਵੀ ਉਹਦੇ ਕੋਲੇ ਆਉਂਦਾ ਸੀ। ਨੇੜੇ ਤੇੜੇ ਉਸ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਸਨ ਕਿ ਜੇ ਕੋਈ ਨਿਆਂ ਪਸੰਦ ਰਾਜਾ ਹੋਵੇ ਤੇ ਇਸ ਰਾਜੇ ਵਰਗਾ। ਪਰ ਕਹਿੰਦੇ ਨੇ ਨਾ ਕਿ ਜਿਹੜਾ ਚੇਂਜ ਹੈ ਉਹ ਕੁਦਰਤ ਦਾ ਦਸਤੂਰ ਹੈ। ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਕਿ ਚੇਂਜ ਇਜ਼ ਦੀ ਲਾ ਆਫ ਨੇਚਰ। ਹਰੇਕ ਚੀਜ਼ ਚਿਰਸਥਾਈ ਨਹੀਂ ਰਹਿੰਦੀ। ਸਾਨੂੰ ਸਾਰਿਆਂ ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਜਿਹੜੀ ਚੀਜ਼ ਅੱਜ ਮੌਜੂਦ ਹੈ ਕੱਲ੍ਹ ਨੂੰ ਉਸਨੇ ਬਦਲਣਾ ਹੀ ਬਦਲਣਾ ਹੈ। ਬਿਲਕੁਲ ਇਸੇ ਤਰੀਕੇ ਨਾਲ ਕੁਦਰਤ ਨੇ ਆਪਣਾ ਭਾਣਾ ਵਰਤਾਇਆ ਕਿ ਰਾਜੇ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਿਆ ਜਦੋਂ ਉਸਦੇ ਚਰਚੇ ਚਾਰ ਚੁਫੇਰੇ ਹੁੰਦੇ। ਉਸਨੂੰ ਇਹ ਮਹਿਸੂਸ ਹੋਇਆ ਕਰਨਾ ਕਿ ਮੇਰੇ ਵਰਗਾ ਹੋਰ ਕੋਈ ਨਹੀਂ, ਮੈਂ ਸਭ ਤੋਂ ਉੱਤਮ ਹਾਂ। ਸਭ ਤੋਂ ਉੱਤਮ ਤੇ ਸਿਰਫ ਪਰਮਾਤਮਾ ਹੈ। ਸਭ ਤੋਂ ਉੱਤਮ ਬਣਨ ਦੀ ਕੋਈ ਕੋਸ਼ਿਸ਼ ਜ਼ਰੂਰ ਕਰ ਸਕਦਾ ਹੈ ਤੇ ਉਹਨਾਂ ਚਿਰ ਸਫਲ ਹੁੰਦਾ ਰਹੇਗਾ ਜਿੰਨਾ ਚਿਰ ਪਰਮਾਤਮਾ ਤੋਂ ਡਰ ਕੇ ਉਹ ਇਹ ਸਮਝਦਾ ਰਹੇਗਾ ਕਿ ਜੋ ਕੁਛ ਮੈਂ ਕਰ ਰਿਹਾ ਇਹ ਪਰਮਾਤਮਾ ਦੇ ਕੀਤੇ ਦਾ ਅਸਰ ਹੈ, ਪਰਮਾਤਮਾ ਦੀ ਮਿਹਰ ਸਦਕਾ ਇਹ ਹੋ ਰਿਹਾ। ਤੇ ਜਦੋਂ ਉਸਨੂੰ ਇਹ ਹੰਕਾਰ ਹੋਣ ਲੱਗ ਪਵੇ ਨਾ ਕਿ ਜੋ ਮੈਂ ਕਰ ਰਿਹਾ ਇਹਦੇ ਨਾਲ ਮੇਰਾ ਨਾਮ ਵੱਧਦਾ ਜਾ ਰਿਹਾ ਹੈ ਤੇ ਮੇਰੇ ਆਪਣੇ ਕਰਕੇ ਹੈ, ਉਸੇ ਦਿਨ ਤੋਂ ਉਹਦੀ ਜ਼ਿੰਦਗੀ ਜਿਹੜੀ ਹੈ ਡੂੰਘਾਈ ਵੱਲ ਨੂੰ ਜਾਣ ਲੱਗ ਪੈਂਦੀ ਹੈ। ਬਿਲਕੁਲ ਉਸ ਦਾ ਨਾਮ ਵੀ ਹੇਠਾਂ ਵੱਲ ਨੂੰ ਜਾਣ ਲੱਗ ਪੈਂਦਾ ਹੈ। ਹੁਣ ਰਾਜੇ ਨੂੰ ਜਾਪਣ ਲੱਗਿਆ ਕਿ ਮੇਰੇ ਵਿੱਚ ਬੜੀ ਕਲਾ ਹੈ, ਮੈਂ ਬੜੀ ਕਲਾ ਦਾ ਮਾਲਕ ਹਾਂ, ਮੇਰੇ ਵਰਗਾ ਹੋਰ ਕੋਈ ਵੀ ਨਹੀਂ। ਮੈਂ ਤੇ ਮੇਰੇ ਚੰਦ ਸਲਾਹਕਾਰ ਅਸੀਂ ਵੱਡੇ ਤੋਂ ਵੱਡੇ ਮਸਲੇ ਚੰਦ ਮਿੰਟਾਂ 'ਚ ਸੁਲਝਾ ਦਿੰਦੇ ਹਾਂ। ਕੋਈ ਚਿਰਾਂ ਤੋਂ ਅੜਿਆ ਹੋਇਆ ਮਸਲਾ ਹੋਵੇ, ਜਿੰਨਾ ਮਰਜ਼ੀ ਲੜਾਈ ਰੌਲਾ ਰਫੜ ਹੋਵੇ, ਮੈਂ ਤੇ ਮੇਰੇ ਚੰਦ ਸਲਾਹਕਾਰ ਅਸੀਂ 2-4 ਪਲਾਂ ਦੇ ਵਿੱਚ ਅਗਲੇ ਦੀ ਸਮੱਸਿਆ ਦਾ ਹੱਲ ਕਰਕੇ ਉਸਨੂੰ ਤੋੜ ਦਿੰਦੇ ਹਾਂ। ਹੰਕਾਰ ਵਧਣ ਲੱਗਿਆ। ਇੰਨਾ ਕੁ ਹੰਕਾਰ ਵੱਧ ਗਿਆ ਕਿ ਜਦੋਂ ਕੋਈ ਆ ਕੇ ਬੈਠਦਾ ਉਸਨੂੰ ਕੋਈ ਹੋਰ ਗੱਲ ਨਹੀਂ ਪੁੱਛਣੀ, ਕੋਈ ਸਲਾਮ ਦੁਆ ਨਹੀਂ, ਮਸਲਾ ਪੁੱਛਿਆ, ਨਿਬੇੜਿਆ, ਉਸਨੂੰ ਲਾਗੂ ਕਰ ਦਿੱਤਾ ਤੇ ਕਿਹਾ ਹੁਣ ਜਾਓ, ਘਰ ਨੂੰ ਵਾਪਸ ਚਲੇ ਜਾਓ। ਉਸ ਤੋਂ ਬਾਅਦ ਕਦੀ ਕਿਸੇ ਤੋਂ ਪੁੱਛਿਆ ਵੀ ਨਹੀਂ ਕਿ ਕੀ ਇਸ ਫੈਸਲੇ ਤੋਂ ਬਾਅਦ ਦੋਵੇਂ ਰਾਜੀ ਖੁਸ਼ੀ ਸਨ ਵੀ ਕਿ ਨਹੀਂ। ਕਹਿਣ ਤੋਂ ਭਾਵ ਕਿ ਹੁਣ ਲੋਕਾਂ ਦੀ ਸੁਣਨੀ ਉਸਨੇ ਬੰਦ ਕਰ ਦਿੱਤੀ, ਪਰਜਾ 'ਚ ਜਾਣਾ ਬੰਦ ਕਰ ਦਿੱਤਾ, ਦੇਖਣਾ ਬੰਦ ਕਰ ਦਿੱਤਾ ਕਿ ਮੇਰੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ। ਕਾਰਨ ਕੀ ਸੀ? ਇਹ ਸਾਰੇ ਦਾ ਕਾਰਨ ਸੀ ਉਸਦੇ ਚੰਦ ਸਲਾਹਕਾਰ। ਦਰਅਸਲ ਉਸਨੇ 3 ਸਲਾਹਕਾਰ ਰੱਖੇ ਹੋਏ ਸਨ, 3 ਬ੍ਰਾਹਮਣ ਸਨ। ਉਹਨਾਂ ਬ੍ਰਾਹਮਣਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਅਸੀਂ ਦੁਨੀਆ ਦੇ ਸਭ ਤੋਂ ਬੁੱਧੀਮਾਨ ਬ੍ਰਾਹਮਣ ਹਾਂ। ਇਸ ਕਰਕੇ ਜਿਵੇਂ ਉਹਨਾਂ ਦਾ ਮਨ ਕਰਦਾ ਉਵੇਂ ਦਾ ਉਹ ਫੈਸਲਾ ਰਾਜੇ ਦੇ ਕੰਨੀ ਪਾ ਦਿਆ ਕਰਦੇ ਤੇ ਰਾਜਾ ਉਸਦਾ ਐਲਾਨ ਕਰਵਾ ਦਿਆ ਕਰਦਾ। ਹੁਣ ਕਹਿਣ ਨੂੰ ਤਾਂ ਰਾਜਾ ਆਪ ਸੀ, ਪਰ ਰਾਜ ਭਾਗ ਉਹਨਾਂ 3 ਬ੍ਰਾਹਮਣਾਂ ਦੇ ਹੱਥ ਸੀ ਜਿਨ੍ਹਾਂ ਦੀ ਬੁੱਧੀ ਹੌਲੀ ਹੌਲੀ ਹੁਣ ਭ੍ਰਸ਼ਟ ਹੋਣ ਲੱਗੀ। ਇਹਨਾਂ ਬ੍ਰਾਹਮਣਾਂ ਦੇ ਫੈਸਲਿਆਂ ਕਰਕੇ ਇਹਨਾਂ ਦੇ ਆਪਣੇ ਸਾਥੀ ਬ੍ਰਾਹਮਣ ਵੀ ਬੜੇ ਪਰੇਸ਼ਾਨ ਸਨ। ਇੱਕ ਬਹੁਤ ਬੁੱਧੀਮਾਨ ਇੱਕ ਦੂਰ ਨਗਰ ਤੋਂ, ਉਸੇ ਰਾਜ ਦੇ ਦੂਰਲੇ ਨਗਰ ਤੋਂ ਉੱਥੇ ਆਣ ਪਹੁੰਚਾ। ਉਸ ਦੀ ਬਹੁਤ ਇੱਜ਼ਤ ਕੀਤੀ ਗਈ, ਮਾਣ ਕੀਤਾ ਗਿਆ। ਰਾਜੇ ਨੇ ਉਸਨੂੰ ਆਪਣਾ ਸ਼ਾਹੀ ਮਹਿਮਾਨ ਬਣਾ ਕੇ ਰੱਖਿਆ। ਉਹ ਵੀ ਬ੍ਰਾਹਮਣ ਸੀ। ਉਸਨੇ ਉਹਨਾਂ 3 ਬ੍ਰਾਹਮਣਾਂ ਨੂੰ ਫੈਸਲੇ ਕਰਦਿਆਂ ਦੇਖਿਆ। ਜਦੋਂ ਉਸਨੇ ਫੈਸਲੇ ਹੁੰਦੇ ਦੇਖੇ ਤੇ ਉਸਨੇ ਕੰਨਾਂ ਨੂੰ ਹੱਥ ਲਗਾਏ, ਤੌਬਾ ਤੌਬਾ ਕੀਤੀ। ਸ਼ਾਮ ਵੇਲੇ ਉਹਨਾਂ ਨੂੰ ਪਾਸੇ ਜਾ ਕੇ ਬਗੀਚੇ ਦੇ ਵਿੱਚ ਮਿਲਿਆ। ਉਹਨਾਂ ਨੂੰ ਸਲਾਹ ਦੇਣ ਲੱਗਿਆ ਕਿ ਇਹ ਤੁਸੀਂ ਗਲਤ ਕਰ ਰਹੇ ਹੋ, ਤੁਹਾਡੇ ਕੋਲੇ ਕੋਈ ਹੱਕ ਨਹੀਂ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦਾ। ਤੁਹਾਡੇ ਜੋ ਮਨ ਆਉਂਦਾ ਤੁਸੀਂ ਫੈਸਲਾ ਸੁਣਵਾ ਦਿੰਦੇ ਹੋ। ਉਹਨਾਂ ਨੇ ਕਿਹਾ ਕਿ ਇੱਥੇ ਆਇਆ ਹੈ, ਆਓ ਭਗਤ ਕਰਵਾ, ਉਪਦੇਸ਼ ਨਾ ਦੇ, ਗਿਆਨ ਨਾ ਵੰਡ, ਗਿਆਨ ਦੀ ਕਮੀ ਨਹੀਂ, ਅਸੀਂ ਸਰਵ ਬੁੱਧੀਮਾਨ ਹਾਂ। ਇੰਨੀ ਗੱਲ ਕਹਿ ਕੇ ਇਹ ਕਿਹਾ ਕਿ ਤੂੰ ਕੱਲ੍ਹ ਨੂੰ ਇੱਥੋਂ ਚਲਿਆ ਜਾਈਂ। ਉਸ ਬ੍ਰਾਹਮਣ ਨੂੰ ਇਹ ਗੱਲ ਬਹੁਤ ਖਟਕੀ ਕਿ ਰਾਜ ਦੇ ਵਿੱਚ ਅਰਾਜਕਤਾ ਫੈਲ ਜਾਵੇਗੀ, ਬੁਰੇ ਹਾਲ ਹੋ ਜਾਣਗੇ। ਉਸ ਨੂੰ ਪਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜੇ ਨੇ ਇੱਕ ਬਹੁਤ ਵੱਡੀ ਜ਼ਮੀਨ ਨੂੰ ਤਕਸੀਮ ਕਰਨਾ ਹੈ, ਇੱਕ ਨਗਰ ਦੇ ਵਿੱਚ ਤਕਸੀਮ ਕਰਨਾ ਹੈ ਤੇ ਇਹ ਜੇ ਇਹਨਾਂ ਦੇ ਕੋਲੇ ਤਾਕਤਾਂ ਰਹੀਆਂ ਤਾਂ ਇਹਨਾਂ ਨੇ ਆਪਣੀ ਮਰਜ਼ੀ ਕਰਾ ਦੇਣੀ ਹੈ। ਇਸ ਕਰਕੇ ਉਸ ਨਗਰ ਵਿੱਚ ਗਿਆ। ਉਸ ਨਗਰ ਵਿੱਚ 2 ਉਸਦੇ ਦੋਸਤ ਸਨ। ਉਸਦਾ ਇੱਕ ਦੋਸਤ ਲੋਹੇ ਦਾ ਕੰਮ ਕਰਦਾ ਸੀ, ਉਹ ਲੁਹਾਰ ਸੀ, ਬੜੀ ਮਿਹਨਤ ਕਰਿਆ ਕਰਦਾ ਸੀ, ਉਹ ਬੜਾ ਸਿਆਣਾ ਸੀ, ਬੜਾ ਬੁੱਧੀਮਾਨ ਸੀ। ਤੇ ਉਸਦਾ ਦੂਜਾ ਦੋਸਤ ਉਹ ਰਾਜ ਮਿਸਤਰੀ ਸੀ, ਉਹ ਕਾਰੀਗਰ ਸੀ, ਉਹ ਵੀ ਬਹੁਤ ਸਿਆਣਾ ਸੀ, ਬਹੁਤ ਬੁੱਧੀਮਾਨ ਸੀ। ਇਸ ਸਿਆਣੇ ਬ੍ਰਾਹਮਣ ਨੇ, ਬੁੱਧੀਮਾਨ ਬ੍ਰਾਹਮਣ ਨੇ ਉਹਨਾਂ ਦੇ ਕੋਲ ਜਾ ਕੇ ਆਪਣੇ ਜੋ ਵੀ ਉਸਦੇ ਮਨ ਦੇ ਵਲਵਲੇ ਸਨ, ਗਿਲੇ ਸ਼ਿਕਵੇ ਸਨ, ਉਹਨਾਂ ਦੇ ਅੱਗੇ ਰੱਖ ਦਿੱਤੇ ਕਿ ਇਸ ਤਰ੍ਹਾਂ ਰਾਜਾ ਮਨਮਾਨੀਆਂ ਕਰਨ ਲੱਗ ਪਿਆ ਤੇ ਰਾਜੇ ਦਾ ਵੀ ਕਸੂਰ ਨਹੀਂ, ਕਸੂਰ ਮੇਰੇ ਬ੍ਰਾਹਮਣ ਸਾਥੀਆਂ ਦਾ ਹੈ। ਉਹਨਾਂ ਕਰਕੇ ਰਾਜ ਦੀ ਖੇਡ ਖਰਾਬ ਹੋ ਰਹੀ ਹੈ। ਅਗਲੇ ਦਿਨਾਂ ਦੇ ਵਿੱਚ ਇੱਥੇ ਵੰਡ ਹੋਣ ਵਾਲੀ ਹੈ ਜ਼ਮੀਨ ਦੀ ਤੇ ਤੁਸੀਂ ਕੋਈ ਨਾ ਕੋਈ ਸਕੀਮ ਕੱਢੋ, ਕੋਈ ਨਾ ਕੋਈ ਜੁਗਤ ਲੜਾਓ ਤਾਂ ਕਿ ਰਾਜੇ ਨੂੰ ਅਕਲ ਆ ਸਕੇ। ਇੰਨੀ ਗੱਲ ਕਹਿ ਕੇ ਉਹਨਾਂ ਦੇ ਕੋਲੇ ਉਹ ਮਹਿਮਾਨ ਵਜੋਂ ਠਹਿਰ ਗਿਆ। ਉਹ ਦਿਨ ਆ ਗਿਆ ਜਦੋਂ ਜ਼ਮੀਨ ਦੀ ਵੰਡ ਹੋਣੀ ਸੀ।
ਬ੍ਰਾਹਮਣਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ, ਜਿਹੜੇ ਰਾਜੇ ਦੇ ਨਾਲ ਰਹਿੰਦੇ ਸੀ ਉਸਦੇ ਸਲਾਹਕਾਰ, ਕਿ ਕਿਸ ਤਰੀਕੇ ਨਾਲ ਅਸੀਂ ਘਪਲਾ ਕਰਨਾ ਹੈ। ਜਦੋਂ ਜ਼ਮੀਨ ਦੀ ਵੰਡ ਹੋਣ ਲੱਗੀ, ਸਾਰੇ ਪਿੰਡ ਵਾਲੇ ਇੱਕ ਪਾਸੇ ਖੜੇ ਹੋ ਗਏ। ਰਾਜੇ ਦੇ ਅੱਗੇ ਇੱਕ ਪੱਤਰ ਪਿਆ ਸੀ। ਪੱਤਰ ਤੋਂ ਪੜ੍ਹ ਕੇ ਥੋੜਾ ਜਿਹਾ ਉਹ ਦਿਮਾਗ ਆਪਣਾ ਵੀ ਲਾ ਰਿਹਾ ਸੀ, ਪਰ ਉਸਦੇ ਦਿਮਾਗ 'ਚ ਤਾਂ ਜਿਵੇਂ ਹੁਣ ਪਰਦਾ ਹੀ ਪੈ ਗਿਆ ਸੀ। ਸਭ ਤੋਂ ਪਹਿਲਾਂ ਉਸਨੇ ਆਵਾਜ਼ ਮਾਰੀ ਬ੍ਰਾਹਮਣਾਂ ਨੂੰ, ਜਿਹੜੇ ਉਸ ਨਗਰ ਦੇ ਬ੍ਰਾਹਮਣ ਸਨ। ਉਹਨਾਂ ਨੂੰ ਕਿਹਾ ਕਿ ਸਭ ਤੋਂ ਵੱਡਾ ਹਿੱਸਾ ਜ਼ਮੀਨ ਦਾ ਤੁਹਾਡੇ ਹਿੱਸੇ ਆਉਂਦਾ ਹੈ। ਉਸ ਦਾ ਕਾਰਨ ਇਹ ਹੈ ਕਿ ਤੁਸੀਂ ਸਭ ਤੋਂ ਵੱਧ ਪੜ੍ਹੇ ਲਿਖੇ ਹੋ, ਸਭ ਤੋਂ ਤੇਜ਼ ਦਿਮਾਗ ਤੁਹਾਡੇ ਕੋਲ ਹੈ। ਤੁਹਾਨੂੰ ਪਤਾ ਹੈ ਕਿ ਜ਼ਮੀਨ ਤੋਂ ਵੱਧ ਪੈਦਾਵਾਰ ਕਿਵੇਂ ਲਈ ਜਾਵੇਗੀ। ਇਸ ਕਰਕੇ ਸਭ ਤੋਂ ਵੱਡਾ ਹਿੱਸਾ ਤੁਹਾਡੇ ਸਾਰਿਆਂ ਦੇ ਵਿੱਚ ਤਕਸੀਮ ਹੁੰਦਾ ਹੈ। ਤੁਹਾਨੂੰ ਕਈ ਏਕੜ, ਕਈ ਮੁਰੱਬੇ ਜ਼ਮੀਨ ਦੇ ਤੁਹਾਡੇ ਹਿੱਸੇ ਆ ਗਏ ਨੇ। ਬ੍ਰਾਹਮਣ ਬਹੁਤ ਖੁਸ਼ ਹੋਏ, ਉਹਨਾਂ ਨੇ ਤਾੜੀਆਂ ਮਾਰੀਆਂ। ਰਾਜੇ ਦਾ ਉਹਨਾਂ ਨੇ ਬੜਾ ਮਾਨ ਸਨਮਾਨ ਕੀਤਾ, ਰਾਜੇ ਦੀ ਤਾਰੀਫ ਦੇ ਪੁਲ ਬੰਨਣ ਲੱਗੇ। ਉਸ ਤੋਂ ਬਾਅਦ ਉਸਨੇ ਕਿਸਾਨ ਭਰਾਵਾਂ ਨੂੰ ਆਵਾਜ਼ ਮਾਰੀ। ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਸਾਡੇ ਹਿੱਸੇ ਤੇ ਬਹੁਤ ਥੋੜੀ ਜ਼ਮੀਨ ਆਈ ਹੈ, ਬੜੇ ਨਿਰਾਸ਼ ਹੋਏ, ਪਰ ਕਰ ਕੀ ਸਕਦੇ ਸਨ। ਐਲਾਨ ਸੁਣ ਕੇ ਇੱਕ ਪਾਸੇ ਖੜੇ ਹੋ ਗਏ। ਬਹੁਤ ਥੋੜੇ ਸ਼ਬਦਾਂ ਦੇ ਵਿੱਚ ਰਾਜੇ ਦਾ ਧੰਨਵਾਦ ਕੀਤਾ। ਇਹ ਨਹੀਂ ਸੀ ਪਤਾ ਕਿ ਰਾਜਾ ਕੋਈ ਸਜ਼ਾ ਨਾ ਦੇ ਦੇਵੇ ਨਾ, ਇਸ ਕਰਕੇ ਪਾਸੇ ਖੜੇ ਹੋ ਗਏ, ਪਰ ਉਹਨਾਂ ਦੇ ਚਿਹਰੇ ਮੁਰਝਾ ਗਏ। ਇੱਕ ਇੱਕ ਕਰਕੇ ਸਾਰਿਆਂ ਧਰਮਾਂ ਜਾਤਾਂ ਦੀ ਵਾਰੀ ਆਉਂਦੀ ਗਈ। ਅੰਤ ਦੇ ਵਿੱਚ 2 ਲੋਕ ਰਹਿ ਗਏ। ਉਹਨਾਂ ਨੂੰ ਅੱਗੇ ਆਉਣ ਲਈ ਕਿਹਾ ਗਿਆ। ਸਭ ਤੋਂ ਪਹਿਲਾਂ ਤਾਂ ਲੋਹਾਰ ਆਇਆ। ਉਸ ਨੂੰ ਪੁੱਛਿਆ ਕਿ ਦੱਸ ਭਾਈ, ਤੂੰ ਆਪ ਹੀ ਦੱਸ, ਕਿੰਨੀ ਜ਼ਮੀਨ ਚਾਹੀਦੀ ਹੈ। ਉਹ ਕਹਿੰਦਾ ਕਿ ਮੈਂ ਬਹੁਤੀ ਜ਼ਮੀਨ ਦਾ ਕੀ ਕਰਨਾ ਹੈ, ਮੈਨੂੰ ਤਾਂ ਹਥੌੜੇ ਤੋਂ ਲੈ ਕੇ ਕੰਨ ਜਿੰਨਾ ਜਿਹੜਾ ਫਾਸਲਾ ਬਣਦਾ ਹੈ ਉਨੀ ਜ਼ਮੀਨ ਦੇ ਦਿਓ, ਮੈਨੂੰ ਇੰਨੀ ਜ਼ਮੀਨ ਦੇ ਵਿੱਚ ਸੰਤੁਸ਼ਟੀ ਹੈ। ਰਾਜੇ ਨੇ ਕੋਲ ਖੜੇ ਆਪਣੇ ਮੁਲਾਜ਼ਮ ਨੂੰ ਕਿਹਾ ਕਿ ਜਿੱਥੇ ਕਹਿੰਦਾ ਹੈ ਉੱਥੇ ਚਲਾ ਜਾ। ਉੱਥੇ ਜਾ ਕੇ ਜਿੰਨੀ ਜ਼ਮੀਨ ਇਸਨੇ ਕਹਿ ਦਿੱਤੀ ਹੈ, ਇੱਥੇ ਸਾਰਿਆਂ ਦੇ ਸਾਹਮਣੇ, ਸਾਡੇ ਸਲਾਹਕਾਰਾਂ ਦੇ ਸਾਹਮਣੇ ਉਨੀ ਜ਼ਮੀਨ ਦੀ ਮਿੰਤੀ ਕਰਕੇ ਇਸ ਨੂੰ ਦੇ ਆ। ਨਾਲ ਇਸ ਦੇ ਦੂਸਰੇ ਦੋਸਤ ਤੋਂ ਵੀ ਪੁੱਛ ਲਿਆ ਜਾਵੇ। ਅੱਗੇ ਆਇਆ ਰਾਜ ਮਿਸਤਰੀ, ਉਸ ਦਾ ਦੂਸਰਾ ਦੋਸਤ। ਉਸ ਤੋਂ ਪੁੱਛਿਆ ਕਿ ਦੱਸ ਭਾਈ, ਤੈਨੂੰ ਕਿੰਨੀ ਜ਼ਮੀਨ ਚਾਹੀਦੀ ਹੈ। ਉੱਤਰ ਦੇਣ ਲੱਗਿਆ, ਮੈਂ ਵੀ ਬਹੁਤੀ ਜ਼ਮੀਨ ਦਾ ਕੀ ਕਰਨਾ ਹੈ, ਤੁਸੀਂ ਵੱਧ ਸਿਆਣੇ ਹੋ, ਤੁਹਾਨੂੰ ਪਤਾ ਹੈ। ਬਸ ਇੰਨੀ ਕੁ ਜ਼ਮੀਨ ਚਾਹੀਦੀ ਹੈ ਕਿ ਜਿੰਨੀ ਕੁ ਦੇ ਵਿੱਚ ਮੇਰੀ ਮਸ਼ਕ ਸਮਾ ਸਕੇ। ਮਸ਼ਕ ਹੁੰਦੀ ਹੈ ਜਿਹਦੇ ਵਿੱਚ ਪਾਣੀ ਭਰਿਆ ਹੁੰਦਾ ਹੈ। ਰਾਜਾ ਬਹੁਤ ਖੁਸ਼ ਹੋਇਆ ਕਿ ਇਹ ਤਾਂ ਬਹੁਤ 2-4 ਗੱਜ ਦੋਵਾਂ ਨੇ ਥਾਂ ਮੰਗਿਆ ਹੈ, ਇਹਨੇ ਦੇ ਵਿੱਚ ਇਹਨਾਂ ਦਾ ਕੰਮ ਹੋ ਜਾਣਾ। ਫਿਰ ਮੁਲਾਜ਼ਮ ਨੂੰ ਆਵਾਜ਼ ਮਾਰੀ ਕਿ ਇਸ ਦੇ ਵੀ ਨਾਲ ਚਲਾ ਜਾ। ਜਿਸ ਜਗ੍ਹਾ ਤੇ ਕਹਿੰਦਾ ਹੈ ਉਸ ਜਗ੍ਹਾ ਤੇ ਇਸ ਦੇ ਮਸ਼ਕ ਸਮਾਉਣ ਜਿੰਨੀ ਜਗ੍ਹਾ ਇਸ ਨੂੰ ਤਕਸੀਮ ਕਰਕੇ ਦਿਆ। ਪਾਸੇ ਖੜਾ ਉਹ ਬੁੱਧੀਮਾਨ ਬ੍ਰਾਹਮਣ, ਜਿਹੜਾ ਬਹੁਤ ਨਾਰਾਜ਼ ਸੀ ਆਪਣੇ ਬ੍ਰਾਹਮਣ ਸਾਥੀਆਂ ਤੋਂ, ਜਿਹੜੇ ਰਾਜੇ ਦੇ ਸਲਾਹਕਾਰ ਸਨ, ਉਹ ਸਾਰਾ ਵਰਤਾਰਾ ਦੇਖ ਰਿਹਾ ਸੀ ਕਿ ਇਹਨਾਂ ਨੇ ਇਹ ਕੀ ਕੀਤਾ। ਰਾਜੇ ਨੇ ਆਦੇਸ਼ ਦਿੱਤੇ ਕਿ ਪਹਿਲਾਂ ਲੋਹਾਰ ਤੇ ਕਾਰੀਗਰ ਦਾ ਕੰਮ ਕਰ ਦਿਓ, ਕਿਉਂਕਿ ਇਹ ਬਹੁਤ ਛੋਟਾ ਕੰਮ ਹੈ। ਰਾਜੇ ਦੇ ਕਈ ਮੁਲਾਜ਼ਮ, ਕਈ ਸਿਪਾਹੀ ਉੱਥੇ ਚਲੇ ਗਏ। ਹੁਣ ਜਦੋਂ ਵਾਰੀ ਆਈ ਸਭ ਤੋਂ ਪਹਿਲਾਂ ਲੋਹਾਰ ਦੀ, ਉਹਨਾਂ ਕਿਹਾ ਕਿ ਦੱਸੋ, ਤੁਸੀਂ ਕਿਹਾ ਸੀ ਕਿ ਹਥੌੜੇ ਤੋਂ ਲੈ ਕੇ ਕੰਨ ਤੱਕ ਜਿੰਨਾ ਫਾਸਲਾ ਬਣਦਾ ਹੈ ਉਨੀ ਜ਼ਮੀਨ ਦਿੰਦੇ ਆ। ਬਹੁਤ ਖੁੱਲੇ ਖੇਤ ਦੇ ਵਿੱਚ ਲੋਹਾਰ ਆ ਕੇ ਖੜਾ ਹੋ ਗਿਆ। ਉਸਦੇ ਹੱਥ ਵਿੱਚ ਕੁਝ ਔਜ਼ਾਰ ਸਨ ਤੇ ਉਸਨੇ ਹਥੌੜਾ ਫੜਿਆ। ਉਸਨੇ ਕਿਹਾ ਕਿ ਮੈਂ ਇਹ ਹਥੌੜਾ ਇਹਨਾਂ ਔਜ਼ਾਰਾਂ ਤੇ ਮਾਰਾਂਗਾ। ਜਦੋਂ ਆਵਾਜ਼ ਆਵੇਗੀ, ਜਿੰਨੇ ਥਾਂ ਤੱਕ ਉਹ ਆਵਾਜ਼ ਸੁਣੇਗੀ, ਇਸ ਹਥੌੜੇ ਤੋਂ ਲੈ ਕੇ ਤੁਹਾਡੇ ਕੰਨਾਂ ਤੱਕ ਉਹ ਸਾਰਾ ਰਕਬਾ ਮੇਰੇ ਨਾਮ ਕਰ ਦਿਓ। ਉਹ ਬੜੇ ਹੈਰਾਨ ਹੋਏ, ਉੱਥੇ ਕੁਝ ਹੋਰ ਕਹਿ ਰਿਹਾ, ਇੱਥੇ ਕੁਝ ਹੋਰ ਕਹਿ ਰਿਹਾ। ਉਸਨੇ ਕਿਹਾ ਕਿ ਮੈਂ ਇਹੀ ਕਿਹਾ ਕਿ ਹਥੌੜੇ ਤੋਂ ਕੰਨ ਤੱਕ। ਬੜੇ ਉਹ ਦੁਖੀ ਵੀ ਹੋਏ, ਪਰੇਸ਼ਾਨ ਵੀ ਹੋਏ ਕਿ ਇਹ ਤੇ ਸਾਡੇ ਉੱਤੇ ਪੁੱਠੀ ਜੁਗਤ ਘੜ ਗਿਆ। ਰਾਜੇ ਨੂੰ ਬੁਲਾ ਲਿਆ ਗਿਆ। ਰਾਜਾ ਕਹਿੰਦਾ ਕਿ ਜ਼ੁਬਾਨ ਹੋਈ ਹੈ 4 ਲੋਕਾਂ ਦੇ ਵਿੱਚ, ਇਹ ਤਾਂ ਮੰਨਣੀ ਪਵੇਗੀ। ਕਈ ਮੁਰੱਬਿਆਂ ਦੇ ਮੁਰੱਬੇ, ਜਿੱਥੋਂ ਤੱਕ ਹਥੌੜੇ ਦੀ ਆਵਾਜ਼ ਜਾਂਦੀ ਸੀ, ਹਥੌੜੇ ਦੇ 4 ਚੁਫੇਰੇ, ਬਹੁਤ ਸਾਰੇ ਮੁਰੱਬੇ ਉਸ ਦੇ ਨਾਮ ਕਰ ਦਿੱਤੇ ਗਏ। ਅੱਗੇ ਕਿਹਾ ਗਿਆ ਮਸ਼ਕ ਵਾਲੇ ਨੂੰ। ਮਸ਼ਕ ਕਾਫੀ ਵੱਡੀ ਸੀ, ਉਹਦੇ ਵਿੱਚ ਬਹੁਤ ਸਾਰਾ ਪਾਣੀ ਪੈ ਜਾਂਦਾ ਸੀ। ਉਸ ਨੂੰ ਕਿਹਾ ਕਿ ਤੂੰ ਤਾਂ ਭਾਈ ਮਸ਼ਕ ਦੀ ਗੱਲ ਕੀਤੀ ਸੀ। ਕਹਿੰਦਾ ਮਸ਼ਕ, ਮੈਂ ਇਹ ਕਿਹਾ ਸੀ ਕਿ ਮਸ਼ਕ ਵਿਚਲਾ ਪਾਣੀ ਜਿੱਥੇ ਸਮਾ ਜਾਵੇ। ਉਸਨੇ ਛੱਟਾ ਦੇਣਾ ਸ਼ੁਰੂ ਕੀਤਾ ਤੇ ਨਾਲ ਮਿੰਤੀ ਵਾਲਿਆਂ ਨੂੰ ਕਿਹਾ ਕਿ ਮੇਰੇ ਨਾਲ ਤੁਰ ਆਓ। ਕਿਸੇ ਪਾਸੇ ਨੂੰ ਤੁਰ ਜਾਵੇ, ਕਦੀ ਕਿਸੇ ਪਾਸੇ ਨੂੰ ਤੁਰ ਜਾਵੇ। ਇਸ ਵੱਡੀ ਮਸ਼ਕ ਦੇ ਵਿੱਚੋਂ ਪਾਣੀ ਮੁੱਕਦਿਆਂ ਬਹੁਤ ਸਮਾਂ ਲੱਗ ਗਿਆ। ਇਹਨੇ ਦੇ ਵਿੱਚ ਉਸਨੇ ਵੀ ਕਈ ਮੁਰੱਬੇ ਘੀਰ ਲਏ। ਰਾਜਾ ਬੜਾ ਦੰਗ ਤੇ ਹੈਰਾਨ। ਕਿਹਾ ਗਿਆ ਕਿ ਆਓ ਰਾਜ ਦਰਬਾਰ ਆਓ, ਉੱਥੇ ਲਿਖਤਾ ਪੜਤੀ ਕਰ ਦਿੰਦੇ ਹਾਂ, ਇੰਨੀਆਂ ਜ਼ਮੀਨਾਂ ਤੁਹਾਡੇ ਨਾਮ ਕਰ ਦਿੰਦੇ ਹਾਂ। ਜਦੋਂ ਉੱਥੇ ਬਹਿ ਕੇ ਲਿਖਤਾ ਪੜਤੀ ਕਰਨ ਲੱਗੇ ਤਾਂ ਰਾਜ ਮਿਸਤਰੀ ਨੇ ਅਤੇ ਉਸ ਲੋਹਾਰ ਨੇ ਕਿਹਾ ਕਿ ਸਾਡੇ ਨਾਮ ਨਾ ਕਰੋ, ਸਾਨੂੰ ਨਹੀਂ ਚਾਹੀਦਾ। ਅਸੀਂ ਸਿਰਫ ਤੁਹਾਨੂੰ ਇੰਨਾ ਦੱਸਣਾ ਚਾਹੁੰਦੇ ਹਾਂ ਕਿ ਬੁੱਧੀ ਕਿਸੇ ਖਾਸ ਲੋਕਾਂ ਕੋਲ ਨਹੀਂ ਹੁੰਦੀ ਕਿ ਤੁਸੀਂ ਕਹਿ ਦਿੱਤਾ ਕਿ ਬ੍ਰਾਹਮਣਾਂ ਨੂੰ ਸਭ ਤੋਂ ਵੱਧ ਜ਼ਮੀਨ ਦੇ ਦਈਏ। ਨਹੀਂ, ਬੁੱਧੀ ਦਾ ਕਿਸੇ ਵੀ ਧਰਮ, ਜਾਤ, ਰੰਗ ਭੇਦ ਨਾਲ ਕੋਈ ਵਾਸਤਾ ਨਹੀਂ, ਕੋਈ ਸਾਰੋਕਾਰ ਨਹੀਂ। ਬੁੱਧੀਮਾਨ ਕੋਈ ਵੀ ਹੋ ਸਕਦਾ ਹੈ।
ਇਸ ਕਰਕੇ ਤੁਸੀਂ ਇਸ ਆਧਾਰ ਤੇ ਵੰਡ ਨਹੀਂ ਕਰ ਸਕਦੇ। ਅਸੀਂ ਵੀ ਤੁਹਾਨੂੰ ਬੁੱਧੀਮਾਨੀ ਦਿਖਾਈ ਹੈ ਤੇ ਅਸੀਂ ਤੁਹਾਡੇ ਤੋਂ ਜਿੰਨੀ ਤੁਸੀਂ ਉਹਨਾਂ ਨੂੰ ਜ਼ਮੀਨ ਤਕਸੀਮ ਕੀਤੀ ਹੈ ਉਸ ਤੋਂ ਕਈ ਗੁਣਾ ਵੱਧ ਅਸੀਂ ਘੇਰ ਲਈ ਹੈ, ਪਰ ਅਸੀਂ ਇੰਨੀ ਜ਼ਮੀਨ ਨਹੀਂ ਚਾਹੁੰਦੇ। ਸਭ ਤੋਂ ਪਹਿਲਾ ਹੱਕ ਜ਼ਮੀਨ ਤੇ ਕਿਸਾਨਾਂ ਦਾ ਬਣਦਾ ਹੈ। ਸਾਡੇ ਪਿੰਡ ਦੇ ਕਿਸਾਨ ਨੇ ਜਿਹੜੇ ਗਰਮੀ ਦੇ ਵਿੱਚ, ਸਰਦੀ ਦੇ ਵਿੱਚ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਤੁਹਾਡੇ ਰਾਜ ਦਰਬਾਰ ਦੇ ਜਿਹੜੇ ਅੰਨ ਦੇ ਭੰਡਾਰ ਨੇ ਉਹ ਭਰਨ ਦੇ ਵਿੱਚ ਲੱਗੇ ਰਹਿੰਦੇ ਨੇ। ਹੁਣ ਤੱਕ ਇਹਨਾਂ ਨੇ ਮਿਹਨਤਾਂ ਕੀਤੀਆਂ ਤੇ ਤੁਸੀਂ ਇਹਨਾਂ ਨੂੰ ਇੱਕੋ ਪਲ ਦੇ ਵਿੱਚ ਵਾਂਝੇ ਕਰ ਦਿੱਤਾ। ਇਸ ਕਰਕੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਕਿਸਾਨਾਂ ਨੂੰ ਵੱਧ ਦਿਓ। ਮੇਰੀ ਇੱਕੋ ਇੱਕ ਸਲਾਹ ਹੈ ਕਿ ਸਾਰੇ ਪਿੰਡ ਵਾਲਿਆਂ ਨੂੰ ਇਕੱਠੇ ਕਰੋ ਤੇ ਉਹਨਾਂ ਨੂੰ ਬਰਾਬਰ ਹਿੱਸੇ ਦੇ ਵਿੱਚ ਤਕਸੀਮ ਕਰ ਦਿਓ, ਨਾ ਕਿ ਆਪਣੇ ਸਲਾਹਕਾਰਾਂ ਦੀ ਸੁਣੋ। ਸਲਾਹਕਾਰ ਜੇ ਤੁਹਾਨੂੰ ਕਦੀ ਬਣਵਾ ਸਕਦੇ ਨੇ ਤਾਂ ਤੁਹਾਨੂੰ ਮਰਵਾ ਵੀ ਸਕਦੇ ਨੇ। ਰਾਜੇ ਨੂੰ ਉਹਨਾਂ ਦੀ ਬੁੱਧੀ ਤੇ ਬਹੁਤ ਮਾਣ ਵੀ ਹੋਇਆ, ਆਪਣੀ ਗਲਤੀ ਵੀ ਰਾਜੇ ਨੇ ਮਹਿਸੂਸ ਕੀਤੀ ਤੇ ਕਿਹਾ ਕਿ ਹਾਂ ਮੈਥੋਂ ਗਲਤੀ ਹੋਈ ਹੈ, ਅੱਗੇ ਤੋਂ ਮੈਂ ਫੈਸਲੇ ਲੈਣ ਲਈ ਚੰਗੇ ਲੋਕਾਂ ਦੀ ਸਲਾਹ ਲਿਆ ਕਰਾਂਗਾ। ਸੋ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਸਭ ਤੋਂ ਵੱਡਾ ਸੰਦੇਸ਼ ਇਹੀ ਦਿੰਦਾ ਹੈ ਕਿ ਕਈ ਵਾਰੀ ਸਾਡੇ ਨਾਲ ਦੇ ਸਾਡੇ ਸਲਾਹਕਾਰ ਮਾੜੇ ਹੁੰਦੇ ਨੇ, ਸਾਨੂੰ ਮਾੜੀ ਸਲਾਹ ਦੇ ਦਿੰਦੇ ਨੇ ਤੇ ਸਾਡੇ ਦਿਮਾਗ ਤੇ ਪਰਦਾ ਪੈ ਜਾਂਦਾ। ਇਸ ਕਰਕੇ ਮਾੜੇ ਸਲਾਹਕਾਰਾਂ ਤੋਂ ਬਚੋ। ਤੇ ਦੂਜਾ, ਕੋਈ ਵੀ ਸਿਆਣਾ ਹੋ ਸਕਦਾ, ਕਿਸੇ ਦੀ ਸ਼ਕਲ ਤੇ ਨਾ ਜਾਓ, ਕਿਸੇ ਦੇ ਕੰਮਕਾਰ ਤੇ ਧੰਦੇ ਤੇ ਨਾ ਜਾਓ। ਤੁਹਾਡੇ ਨਾਲ ਕੋਈ ਕਿਵੇਂ ਬੋਲਦਾ ਇਹ ਵੀ ਚੀਜ਼ ਬਹੁਤੀ ਮਾਇਨੇ ਨਹੀਂ ਰੱਖਦੀ। ਸਭ ਤੋਂ ਜ਼ਰੂਰੀ ਚੀਜ਼ ਇਹ ਹੈ, ਜਿੰਨਾ ਚਿਰ ਤੁਹਾਡਾ ਕਿਸੇ ਦੇ ਨਾਲ ਵਾਸਤਾ ਨਹੀਂ ਪੈਂਦਾ ਤੁਹਾਨੂੰ ਨਹੀਂ ਪਤਾ ਲੱਗਦਾ ਕੌਣ ਕਿੰਨੀ ਅਕਲ ਦਾ ਮਾਲਕ ਹੈ, ਕੌਣ ਕਿੰਨੀ ਦਿਨਾਈ ਦਾ ਮਾਲਕ ਹੈ। ਇਸ ਕਰਕੇ ਲੋਕਾਂ ਨੂੰ ਸ਼ਕਲਾਂ ਤੋਂ ਜੱਜ ਕਰਨਾ ਬੰਦ